ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਤੂੰ ਮੇਰਾ ਬਲ ਹੈ, ਤਾ ਕਿਆ ਮੋਹ ਛੰਦਾ। ਤਦ ਸਭ ਕਿਸ ਮੈਨੋ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਟੋਟ ਨਾ ਆਵਹੀ, ਖਾਏ ਖਰਚ ਰਹੰਦਾ। 184 ਮੇਦਨੀ, ਸਭ ਸੇਵਾ ਕਰੰਦਾ। ਇਹ ਬੈਰੀ ਮਿੱਤਰ ਸਭ ਕੀਤਿਆ, ਨਹਿ ਮੰਗਹਿ ਮੰਦਾ। ਲੇਖਾ ਕੋਈ ਨਾ ਪੁੱਛਹੀ, ਜਾ ਹਰ ਬਖਸ਼ੰਦਾ। ਆਨੰਦ ਪਾਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਜੁਗੋ ਜੁਗ ਅਟਲ ਚਵਰ ਸਤਰ ਤਖ਼ਤ ਦੀ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਆਨੰਦ ਮਾਣ ਰਹੀ। ਗੁਰੂ ਦਰਬਾਰ ਦੇ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਤ ਸੰਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਬਹੁਤ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਇਹਨਾਂ ਘੜੀਆਂ ਨੂੰ, ਇਹਨਾਂ ਪਲਾਂ ਨੂੰ, ਇਹਨਾਂ ਚਸਿਆਂ ਨੂੰ ਹੋਰ ਵੀ ਸਫਲ ਬਣਾ ਲਈਏ। ਸਤਿਗੁਰਾਂ ਦਾ ਇੱਕ ਇੱਕ ਬਚਨ ਬੜੇ ਧਿਆਨ ਦੇ ਨਾਲ ਸੁਣਨਾ ਕਰੀਏ। ਅੱਜ ਦੀ ਇਹਨਾਂ ਵਚਨਾਂ ਦੇ ਦੁਆਰਾ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਾਲਾ ਮਹੱਲਾ ਪੰਜਵਾ। ਮੋਕਾਉ ਈ ਬਿਦ ਕੋ ਸਮਝਾਵੈ, ਕਰਤਾ ਹੋਏ ਜਨਾਵੈ ਅਰਹਾਉ। ਰਾਗ ਗੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਪਾਸਕ ਦੀ ਮੋਕਾ ਇਹ ਬਿਦ ਕੋ ਸਮਝਾਵੈ, ਕਰਤਾ ਹੋਈ ਜਨਾਵੈ ਰਹਾਉ। ਮੋਕਾ ਦਾ ਭਾਵ ਹੁੰਦਾ ਹੈ ਸਾਧ ਸੰਗਤ ਜੀ ਮੈਨੂੰ। ਕੋ ਦਾ ਭਾਵ ਹੁੰਦਾ ਹੈ ਕੌਣ। ਕਰਤਾ ਹੋਏ ਦਾ ਭਾਵ ਹੁੰਦਾ ਹੈ ਕਰਤਾਰ ਦਾ ਰੂਪ ਹੋ ਕੇ
ਜਨਾਵੇ ਦਾ ਭਾਵ ਹੁੰਦਾ ਹੈ ਸਮਝਾ ਸਕਦਾ ਹੈ। ਪਾਸਕ ਦੀ ਹੀ ਭਾਈ ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝਾ ਸਕਦਾ ਹੈ? ਉਹੀ ਗੁਰਮੁਖ ਸਮਝਾ ਸਕਦਾ ਹੈ ਜੋ ਕਰਤਾਰ ਦਾ ਰੂਪ ਹੋ ਜਾਏ। ਭਾਵ ਜਿਨ੍ਹਾਂ ਮਨੁੱਖਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ, ਜਿਹੜੇ ਬਾਣੀ ਦੇ ਨਾਲ ਜੁੜ ਗਏ, ਜਿਹੜੇ ਨਾਮ ਬੰਦਗੀ ਦੇ ਨਾਲ ਜੁੜ ਗਏ, ਜਿਹੜੇ ਕਰਤਾਰ ਦਾ ਰੂਪ ਹੋ ਗਏ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਅਣਜਾਣਤ ਕਿਸ ਇਨੇ ਕਾ ਮਾਨੂ, ਜਪ ਤਪ ਕਸੋ ਨਾ ਸਾਧਾ, ਦੈ ਦਿਸ ਲੈ ਇਉ ਮਨ ਦੈ ਰਾਇਓ, ਕਬਨ ਕਰਮ ਕਰ ਵਾਧਾ। ਗੁਰੂ ਪਾਤਸ਼ਾਹ ਇਹਨਾਂ ਬਚਨਾਂ ਦੀ ਦੁਬਾਰਾ ਬਖਸ਼ਿਸ਼ ਕਰਦੇ ਨੇ। ਇਹਨਾਂ ਦਾ ਭਾਵ ਹੁੰਦਾ ਇਸ ਜੀਵ ਨੇ ਜਪ ਤਪ ਦਾ ਭਾਵ ਹੁੰਦਾ ਸਤਸੰਗੀ ਪਰਮਾਤਮਾ ਦਾ ਸਿਮਰਨ ਤੇ ਵਿਕਾਰਾਂ ਵੱਲੋਂ ਰੋਕ ਦੇ ਉਦਮ, ਉਹਨੂੰ ਕਹਿੰਦੇ ਨੇ ਜਪ ਤਪ। ਦੈ ਦਿਸ ਦਾ ਭਾਵ ਹੁੰਦਾ ਦਸੀ ਪਾਸੀ। ਦੌੜਾਇਆ ਦਾ ਭਾਵ ਹੁੰਦਾ ਪੁਜਾਇਆ ਦੌੜਾਇਆ। ਕਰ ਦਾ ਭਾਵ ਹੁੰਦਾ ਕਰਕੇ। ਵਾਧਾ ਦਾ ਭਾਵ ਹੁੰਦਾ ਵੱਝਿਆ ਪਿਆ। ਪਾਤਸ਼ਾਹ ਕਹਿੰਦੀ ਅਣਜਾਣਤ ਕਿਸ ਇਨੇ ਕਮਾਨੂ, ਜਪ ਤਪ ਕਸਨਾ ਸਾਧਾ, ਦੈ ਦਿਸ ਲੈ ਇਉ ਮਨ ਦੌਰਾਇਓ, ਕਬਨ ਕਰਮ ਕਰ ਵਾਧਾ। ਸਤਿਗੁਰੂ ਕਹਿੰਦੀ ਹੀ ਭਾਈ ਗੁਰੂ ਤੋਂ ਬਿਨਾ ਹੋਰ ਕੋਈ ਸਮਝਾ ਨਹੀਂ ਸਕਦਾ। ਇੱਕ ਗੁਰੂ ਸਮਝਾ ਸਕਦਾ ਹੈ। ਹੇ ਭਾਈ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ ਅਗਿਆਨਤਾ ਦੇ ਵਿੱਚ ਫਸ ਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵੱਲੋਂ ਰੋਕ ਦਾ ਉਦਮ ਨਹੀਂ ਕੀਤਾ, ਕੁਝ ਹੋਰ ਹੀ ਕੋਝੇ ਕੰਮ ਕੀਤੇ। ਇਹ ਜੀਵ, ਇਹ ਮਨੁੱਖ ਆਪਣੇ ਇਸ ਮਨ ਨੂੰ ਦਸੀ ਪਾਸੀ ਭੁਜਾ ਰਿਹਾ ਹੈ। ਇਹ ਕਿਹੜੇ ਕਰਮਾਂ ਦੇ ਕਾਰਨ ਮਾਇਆ ਦੇ ਮੋਹ ਦੇ ਵਿੱਚ ਵੱਜਿਆ ਪਿਆ ਹੈ? ਇਹ ਸਭ ਕੁਝ ਗੁਰੂ ਹੀ ਸਮਝਾ ਸਕਦਾ, ਗੁਰੂ ਹੀ ਦੱਸ ਸਕਦਾ ਹੈ। ਪਾਤਸ਼ਾਹ ਕਹਿੰਦੀ ਮਨ ਤਨ ਧਨ ਭੂਮਿਕਾ ਠਾਕੁਰ, ਹਉ ਇਸ ਕਾ ਇਹ ਮੇਰਾ, ਪਰਮ ਮੋਹ ਕਸ ਸੂਝਤ ਨਾਹੀ, ਇਹ ਪੈਖਰ ਪਏ ਪੈਰਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਮਕਸਦ ਕਰਦੇ ਨੇ। ਭੂਮ ਦਾ ਭਾਵ ਹੁੰਦਾ ਹੈ ਸਤਸੰਗੀ ਧਰਤੀ। ਠਾਕੁਰ ਦਾ ਭਾਵ ਹੁੰਦਾ ਹੈ ਮਾਲਕ। ਹਉ ਦਾ ਭਾਵ ਹੁੰਦਾ ਹੈ ਮੈਂ। ਇਹਦਾ ਭਾਵ ਹੁੰਦਾ ਹੈ ਇਹ ਧਨ। ਪੈਖਰ ਦਾ ਭਾਵ ਹੁੰਦਾ ਹੈ ਟੰਗੇ। ਸਤਿਗੁਰੂ ਕਹਿੰਦੇ ਹੀ ਭਾਈ ਮਾਇਆ ਦੀ ਖਾਤਰ ਭਟਕਣਾ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ ਜੀਵ ਨੂੰ ਕੋਈ ਸੁਚੱਜੀ ਗੱਲ ਨਹੀਂ ਸੁਝਦੀ। ਮਾਇਆ ਦੇ ਮੋਹ ਦੇ ਵਿੱਚ ਇਹ ਜੀਵ ਇਤਨਾ ਗੁਲਤਾਨ ਹੋ ਗਿਆ, ਇਤਨਾ ਗ੍ਰਸਤ ਹੋ ਗਿਆ ਕਿ ਇਹਨੂੰ ਚੰਗੀ ਗੱਲ ਸੁਝਦੀ ਨਹੀਂ ਮਨੁੱਖ ਨੂੰ। ਇਸ ਦੇ ਪੈਰਾਂ ਵਿੱਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਨੇ। ਜਿਵੇਂ ਖੋਤੇ ਆਦਿਕ ਨੂੰ ਢੰਗਾ ਆਦਿਕ ਪਾਇਆ ਜਾਂਦਾ ਹੈ ਤੇ ਮੋਹ ਦੇ ਵਿੱਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ
मैं अपनी जिंद दा, शरीर दा, धन दा, धरती दा मालिक हाँ। जदों मनुख मोह दे विच ग्रस्त हो जाता है ना, मोह दे विच जदों फस जाता है, फिर सतगुरु कहते ये जीव समझदा है भी आ शरीर, आ धन, आ जमीन जायदाद दा मालिक मैं ही हाँ। मैं इस धन आदि का मालिक हाँ। ये धन दौलत, ये जमीन जायदाद, ये मेरी है। ये मनुख उदों आखदा जदों मोह दे विच फसिया हुंदा है मनुख। अगे सतगुरु अर्जन देव महाराज फिर बख्शिश करते हैं। पातशाह कहंदे तब एओ काहा कमावन परिया, जब एओ कसो न होता, जब एक निरंजन निरंकार प्रभ सब किस आपी करता। कहाँ का भाव है दसा संग जी कित्थे? कमावन परिया का भाव हुंदा है कमाउण जोगा, आपे का भाव हुंदा है आप ही। सतगुरु कहंदे हे भाई, गुरु तो बिना कौन दसे। हे भाई, गुरु तो बिना कौन दसे कि जदों जगत रचना तो पहला इस जीव की कोई हस्ती नहीं सी। हे भाई, गुरु तो बिना कौन दसे कि जदों जग रचना तो पहला इस मनुख की, इस जीव की कोई हस्ती नहीं सी। जदों केवल एक निरंकार आकार रहता परमेश्वर आप ही सी। जदों परमात्मा आप ही सब कुछ करने वाला सी, तदों ये जीव कमाउण जोगा सी। उदों की कमाउण जोगा सी? जदों परमात्मा सब कुछ करन जोगा सी। ते ये हुण मान करदा कि मैं धन दा मालिक है, मैं धरती दा मालिक है। जदों इहदी हस्ती कोई नहीं सी, जिस वेले जदों जग दी रचना होई ते सतगुरु कहंदे फिर उदों की करन जोगरा सी उदों। ते हुण ये मनुख अपने आप नूं समझदा भी मैं धरती दा, मैं जमीन दा मालिक हाँ, मैं धन दा मालिक हाँ। ते अगे सतगुरु अर्जन देव महाराज फिर बख्शिश करते ने कि अपनी करतब आपी जानै, जिन यो रचन रचाया, कहो नानक करन हार है आपी, सतगुरु भरम चुकाया। सतगुरु अर्जन देव महाराज शब्द दियां लास्ट पंक्तियां दे विच बख्शिश करते हैं। पातशाह कहंदे हे नानक, आख गुरु ने ही ये धन धरती आदि दियां मलकीयतां दा भुलेखा दूर कीता है। गुरु समझा सकता है ना, गुरु तो बिना होर कौन समझा सकता है। गुरु ने समझाउणा कीता है भाई कि ना ये शरीर तेरा है, ना ये धन तेरा है, ना ये जमीन तेरी है। ये धरती आदिक दियां मलकीयतां दा भुलेखा गुरु ने दूर किया है ते समझाया है कि भाई जिस परमात्मा ने ये जग रचना रची है, उही आप अपने कीते कामां नूं जानदा है ते उही आप सब कुछ करन दी समर्था रखदा है। ये अगियानी जीव बेअर्थी मलकीयतां दा मान करदा है, अपनी शरीर दा, अपने धन दा, अपनी जमीन दा मालक दा मान करदा है, बेअर्थ है। सतगुरु अर्जन देव महाराज कहते ये अगियानी है, इनू ज्ञान नहीं इस मनुख नूं, ते अज्ञानता दे कारण ये मनुख भटकदा रहिंदा है। सतगुरु अर्जन देव महाराज कहते जिन्हों अज्ञान हो जे भी ना मेरा शरीर है, ना मेरा धन है, ना मेरी जमीन है, ना मेरा घर बार है, फिर ये भटकना तो बाहर आ सकता है। गौड़ी माला महला पंजवा। हर बिन आबुर क्रिया बिरथी,
जप तप संजम कर्म कमाणे, ये उरै मूसे रहाओ। सतगुरु अर्जन देव महाराज इस शब्द की शुरुआत इन्हां बचनां दे नाल करदे ने कि हर बिन अबर क्रिया बिरथी। अबर का भाव हुंदा है होर, क्रिया का भाव हुंदा है कर्म, संजम का भाव हुंदा है मन नूं माड़ियां कम्मां वल्लों रोकण दे यतन, उहनूं कहंदे ने संजम। ਇਹਦਾ भाव हुंदा है यही, उरा का भाव हुंदा है उरे ही, मूसे का भाव हुंदा है ठगे जांदे ने लुटे जांदे ने। सतगुरु अर्जन देव महाराज कहंदे हर बिन अबर क्रिया बिरथी, जप तप संजम कर्म कमाणे, ये उरै मूसे रहाओ। सतगुरु कहंदे हे भाई, परमात्मा की सिमरन तो बिना सारे मिथे हुए धार्मिक काम बेअर्थ ने। जिन्हें भी मनुख होर कर्म करता है परमात्मा के सिमरन तो बिना, ये सारे विरथे ने परमात्मा के नाम तो बिना। ते सतगुरु अर्जन देव महाराज इन्हां वचनां दे नाल बख्श करदे ने कि हर बिन आवर क्रिया बिरथी, जप तप संजम कर्म कमाणे, ये उरै मूसे। पासा कहंदे परमात्मा दी सिमर तो बिना, परमात्मा दी बंदगी तो बिना मनुख जितने भी धार्मिक कर्म करदा है वो सारे बेअर्थ ने। मनुख देवतियां नूं खुश करन दे वास्ते की करदा है? ये मनुख देवतियां नूं खुश करन वाले जप करने, तप साधने, इंद्रियां नूं विकारां वल रोकण दे लई योग दे साधन करने, ये सारे परमेश्वर की दरगाह तो उरे ही खो ले जाते हैं। भाव जिस वेले जीव नूं जमदूत लैके जाते हैं ना, तो वह परमात्मा की दरगाह तो जिहड़े ये कारज किए मनुख ने, तप साधन किए, जप साधन किए, इंद्रियां नूं विकारां वल रोकना किया, होर धार्मिक किए, ये परमात्मा की दरगाह तो कहते पिछे ही इस जीव तो खो लए जाते हैं, लुटे जाते हैं। अगे सतगुरु अर्जन देव महाराज फिर बख्शिश करते हैं। पातशाह कहते भारत नेम संजम में रहता, तिनका आड़ न पाया, आगे चलन और है भाई, ऊहा काम न आया। पातशाह कहते भारत नेम संजम में रहता। भारत नेम संजम में रहता, इनका आड़ न पाया। आड़ का भाव हुंदा अद्धी कौडी, आगा का भाव हुंदा अगां परलोक दे विच, चलन का भाव हुंदा नाल चा जाण वाला पदार्थ। सतगुरु अर्जन देव महाराज इन्हां वचनां दे नाल बख्शिश करदे ने। पातशाह कहंदे मनुख वरतां संजम के नेम दे विच रुझा रहिंदा है। मनुख वरतां संजमां दे नेम दे विच वजिया रहिंदा है, पर उन्हां उदमां दा मुੱਲ उसनूं एक अद्धी भी कौड़ी नहीं मिलता। पातशाह कहंदे ही भाई, जीव दे नाल परलोक दे विच साथ निभाउण वाला पदार्थ होर है। वरत नेम संजम आदਿਕ इन्हां विचों कोई भी परलोक दे विच कम नहीं आउंदा। जिन्हें भी मनुख धार्मिक होर कारज करता है परमात्मा की बंदगी तो बिना, इस मनुख के किसी काम नहीं आउंदे, किसी लेखे दे विच परवान नहीं। ये जितने भी वरत नेम आदਿਕ संजमां दे विच रुझिया रहिंदा है मनुख, इन्हां दे विचों कोई भी परलोक दे विच इस मनुख का साथी नहीं बनता। सतगुरु अर्जन देव महाराज कहते अगे
फिर सतगुरु बख्शे करते हैं कि तीर्थ नहाए अर धरनी भ्रमता, आगै ठौर न पावै ऊहा काम न आवै, ये विदा ओ लोगन ही पते आवै। तीर्थ का भाव हुंदा है तीर्थां दे उत्ते, नहाए का भाव नहाउंदा है, अर का भाव हुंदा है अति, धरनी का भाव हुंदा है धरती, ठौर का भाव हुंदा है थां, पते आवे का भाव हुंदा है तसल्ली दिंदा है, नीचा कराउंदा है। पातशाह कहंदे तीर्थ नहाए अर धरनी भ्रमता, आगै ठौर न पावै ऊहा काम न आवै, ये विदा ओ लोगन ही पते आवै। सतगुरु कहंदे जिहड़ा मनुख तीर्थां दे उत्ते इशनान करदा है, जिहड़ा मनुख तीर्थां दे उत्ते इशनान करदा है ते त्यागी बन के धरती उत्ते रटन करदा फिरदा है, ਉਹ परमेश्वर की दरगाह ਦੇ ਵਿੱਚ ਥਾਂ नहीं ਲੱਭ ਸਕਦਾ। ਉਹ ਮਨੁੱਖ ਜਿਹੜਾ ਤੀਰਥਾਂ 'ਤੇ ਇਸ਼ਨਾਨ ਕਰਦਾ ਫਿਰਦਾ ਆਪਣੇ ਆਪ ਨੂੰ ਤਿਆਗੀ ਸਮਝ ਕੇ ਧਰਤੀ ਉੱਤੇ ਰਟਨ ਕਰਦਾ ਫਿਰਦਾ, ਉਹ ਐਸਾ ਮਨੁੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਲੱਭ ਸਕਦਾ। ਉਹ ਮਨੁੱਖ ਅਜਿਹਾ ਕੋਈ ਤਰੀਕਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਕੰਮ ਨਹੀਂ ਆਉਂਦਾ। ਜੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਕੰਮ ਆਉਂਦਾ ਉਹ ਹੈ ਨਾਮ ਸਿਮਰਨ ਸੇਵਾ, ਉਹ ਮਨੁੱਖ ਦੇ ਸਾਥ ਨਿਭਾਉਂਦੀ ਹੈ। ਉਹ ਤਿਆਗੀ ਇਹਨਾਂ ਤਰੀਕਿਆਂ ਦੇ ਨਾਲ ਸਿਰਫ ਲੋਕਾਂ ਨੂੰ ਆਪਣੇ ਧਰਮੀ ਹੋਣ ਦਾ ਨਿਸ਼ਚਾ ਕਰਵਾਉਂਦਾ ਫਿਰਦਾ ਵੀ ਮੈਂ ਬੜੇ ਤੀਰਥ ਇਸ਼ਨਾਨ ਕਰਦਾ ਫਿਰਦਾ, ਮੈਂ ਤਾਂ ਬਹੁਤ ਤੀਰਥ ਇਸ਼ਨਾਨ ਕਰ ਲਏ, मैं तो सब कुछ त्याग के धरती का रटन करता फिरदा, ये लोगों को दिखावा कराउंदा फिरदा। सतगुरु अर्जन देव महाराज कहते वह मनुख जिहड़ा आ कारज करता रहिंदा परमात्मा का सिमरन छड्ड के। अगे सतगुरु अर्जन देव महाराज फिर बख्शे करते हैं। पातशाह कहते चातर वेद मुख वचनी उचरै, आगै महल न पाईऐ बूझै नाही एक सुधाखर, ओ सगली झाख चकाही है। चतुर का भाव हुंदा चार, मुख बचनी का भाव हुंदा मूँह के बचनों के नाल जुबानी, महल का भाव हुंदा टिकाणा, सुधाखर का भाव हुंदा सुध अखर पवित्र लफ्ज परमात्मा का नाम। पातशाह कहते चतर वेद मुख बचनी उचरै, आगै महल ना पाईऐ बूझै नाही एक सुधाकर, ओ सगली झाख चखाई है। सतगुरु कहते हे भाई जे पंडित चारे वेद जुबानी उचार सकता है, हे भाई जे पंडित चारे वेद जुबानी उचार सकता है तो इस तरह भी परमात्मा की हजूरी में टिकाणा नहीं मिलता। परमात्मा की दरगाह दे विच फिर भी कोई टिकाणा नहीं उसनूं, चाहे वह चारे वेद जुबानी उचारण करता होवे। जिहड़ा मनुख परमात्मा का पवित्र नाम नहीं सिमरदा, जिहड़ा मनुख परमात्मा का पवित्र नाम नहीं सिमरदा, ਉਹ ਹੋਰ ਉਦਮਾਂ ਦੇ ਨਾਲ ਨਿਰੀ ਖੁਆਰੀ ਹੀ ਸਹੇੜਦਾ, ਆਪਣੇ ਦੁੱਖਾਂ ਨੂੰ ਹੋਰ ਸਹੇੜਦਾ, ਜਿਹੜਾ ਹੋਰ ਕਾਰਜ ਕਰਦਾ ਰਹਿੰਦਾ, ਲੋਕਾਂ ਨੂੰ ਦਿਖਾਵੇ ਦੇ ਕਾਰਜ ਕਰਦਾ ਰਹਿੰਦਾ, ਉਹ ਮਨੁੱਖ ਦੁਖੀ ਹੁੰਦਾ ਰਹਿੰਦਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ। ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਉਹ ਸਭ ਤੋਂ ਸੌਖਾ ਮਨੁੱਖ ਹੈ, ਉਹ ਸਾਰਿਆਂ ਤੋਂ ਸੌਖਾ ਉਹ ਮਨੁੱਖ ਹੈ। ਤੇ ਜਿਹੜਾ ਲੋਕਾਂ ਨੂੰ ਦਿਖਾਵੇ ਕਰਦਾ ਫਿਰਦਾ ਉਹ ਹਮੇਸ਼ਾ ਦੁਖੀ ਹੁੰਦਾ ਰਹਿੰਦਾ, ਖੁਆਰ ਹੁੰਦਾ ਰਹਿੰਦਾ, ਉਹ ਮਨੁੱਖ ਆ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਨਾਨਕ ਕਹੇ ਤੋ ਇਹ ਵਿਚਾਰਾ, ਜੇ ਕਮਾਵੈ ਸੋ ਪਾਰ ਗੁਰਾਮੀ,
ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਲਾਸਟ ਪੰਕਤੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਕੀ ਬਖਸ਼ ਕਰਦੇ ਨੇ ਕਿ ਨਾਨਕ ਕਹਿ ਤੋ ਇਹੋ ਵਿਚਾਰਾ, ਜੇ ਕਮਾਵੈ ਸੁਪਾਰ ਗਰਾਮੀ, ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਸਤਿਗੁਰੂ ਕਹਿੰਦੇ ਹੇ ਭਾਈ, ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ। ਹੇ ਭਾਈ, ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ ਕਿ ਜਿਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ। ਪਾਸਾ ਕਹਿੰਦੇ ਇਹ ਵਿਚਾਰ ਇਹ ਹੈ ਕਿ ਹੇ ਭਾਈ, ਗੁਰੂ ਦੀ ਸ਼ਰਨ ਪਾਵੋ, ਗੁਰੂ ਵਾਲੇ ਬਣੋ, ਆਪਣੇ ਮਨ ਦੇ ਵਿੱਚੋਂ ਹੰਕਾਰ ਦੂਰ ਕਰ ਦਿਓ, ਗੁਰੂ ਦੀ ਸ਼ਰਨ ਪੈ ਜਾਓ, ਗੁਰੂ ਵਾਲੇ ਬਣ ਜਾਓ, ਆਪਣੇ ਅੰਦਰੋਂ ਹੰਕਾਰ ਦੂਰ ਕਰ ਦਿਓ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਇਹਨਾਂ ਦੇ ਨਾਲ ਇਹਨਾਂ ਗੱਲਾਂ ਨੂੰ ਜੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ, ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਆਈਏ ਨਾ ਅਸੀਂ, ਤੇ ਇਹਨਾਂ ਦੇ ਨਾਲ ਸਾਡਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਆਹ ਦੁਨਿਆਵੀ ਕਾਰਜ ਕਰਨੇ, ਹੋਰ ਧਾਰਮ ਕਰਮ, ਵਿਖਾਵੇ ਦੇ ਕੰਮ ਕਰਨ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਜੇ ਪਰਮਾਤਮਾ ਖੁਸ਼ ਹੁੰਦਾ ਉਹ ਗੁਰੂ ਵਾਲੇ ਬਣਨ ਦੇ ਨਾਲ, ਆਪਣੇ ਅੰਦਰੋਂ ਹੰਕਾਰ ਦੂਰ ਕਰਨ ਦੇ ਨਾਲ, ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਉਹ ਪਰਮਾਤਮਾ ਖੁਸ਼ ਹੁੰਦਾ ਹੈ। ਇਹ ਸਨ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ, ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ।